सेवा ते सिमरन मैनू बख्शी गुर मेरिया। 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 सेवा ते सिमरन मैनू बख्शी गुर मेरिया। सेवा ते सिमरन मैनू बख्शी गुर मेरिया। सेवा ते सिमरन मैनू सब दियां तू चोड़ियां भरदा, ये है तेरी वड्याई। ये है तेरी वड्याई। ये है तेरी वड्याई। सब दाता मिलदियां तैथों, इस दे विच झूठ न काई। इस दे विच झूठ न काई। इस दे विच झूठ न काई। तेरी ए शक्ति दाता मेरा मन मोलिया। सेवा ते सिमरन मैनू बख्शी गुर मेरिया। सेवा ते सिमरन मैनू बख्शी गुर मेरिया। सेवा ते सिमरन मैनू बख्शी गुर मेरिया। सेवा ते सिमरन मैनू सेवा ते सिमरन दाता विच शक्ति तेरी है। विच शक्ति तेरी है। विच शक्ति तेरी है। मेरे ते दया करी तू, बिनती एह मेरी है। बिनती है मेरी है। बिनती है मेरी है। अवगुण जो हो गए मैथों, बख्शी गुर मेरिया। सेवा ते सिमरन मैनू 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 मैं मंगता तेरे दरदा, किरपा हुण कर दाता। किरपा हुण कर दाता। किरपा हुण कर दाता। सिमरन दी दात बख्श के अपने लड़ ला दाता। अपने लड़ला दाता। अपने लड़ला दाता। मेहरां दा साईं तू सुन ले गुर मेरिया। सेवा ते सिमरन मैनू बख्शी गुर मेरिया। सेवा ते सिमरन मैनू बख्शी गुर मेरिया। सेवा ते सिमरन मैनू बख्शी गुर मेरिया। सेवा ते सिमरन मैनू
ਮੇਹਰਾਂ ਦੀਆਂ ਨਜ਼ਰਾਂ ਸਤਿਗੁਰ ਜਿਸ ਤੇ ਵੀ ਕਰਦੇ ਓ ਜਿਸ ਤੇ ਵੀ ਕਰਦੇ ਓ ਜਿਸ ਤੇ ਵੀ ਕਰਦੇ ਓ ਸੇਵਾ ਤੇ ਸਿਮਰਨ ਸਦਕਾ ਨਰਕਾਂ ਚੋਂ ਕੱਢਦੇ ਓ ਨਰਕਾਂ ਚੋਂ ਕੱਢਦੇ ਓ ਨਰਕਾਂ ਚੋਂ ਕੱਢਦੇ ਓ ਹਿਰਦੇ ਵਿੱਚ ਸਤਿਗੁਰ ਵਸ ਜਾ ਕਿਰਪਾ ਕਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ 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 ਮੇਰਿਆ 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 ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਸਤਿਗੁਰੂ ਪਾਤਸ਼ਾਹ ਆਖ ਰਹੇ ਨੇ ਕਿ ਗੁਰਸਿੱਖਾ ਤੂੰ ਆਪਣੇ ਗੁਰੂ ਤੋਂ ਸੇਵਾ ਤੇ ਸਿਮਰਨ ਦੀ ਦਾਤ ਮੰਗਿਆ ਕਰ ਅਰਦਾਸ ਕਰਿਆ ਕਰਕੇ ਸਤਿਗੁਰੂ ਮੈਨੂੰ ਐਸਾ ਗਿਆਨ ਬਖਸ਼ ਮੈਂ ਤੇਰੀ ਸੇਵਾ ਤੇਰੀ ਸੰਗਤ ਦੀ ਸੇਵਾ ਤੇਰਾ ਸਿਮਰਨ ਕਰਦਾ ਰਵਾਂ ਐਸੀ ਮੇਰੇ ਤੇ ਕਿਰਪਾ ਕਰ ਦੇ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਨੇ ਇਹਨਾਂ ਦੋਨਾਂ ਚੀਜ਼ਾਂ ਨੂੰ ਮਹੱਤਤਾ ਦਿੱਤੀ ਹੈ ਕਿ ਜੇ ਗੁਰਸਿੱਖ ਆਪਣੇ ਗੁਰੂ ਤੋਂ ਕੁਝ ਮੰਗੇ ਤਾਂ ਇੱਕ ਸੇਵਾ ਤੇ ਇੱਕ ਸਿਮਰਨ ਪਾਤਸ਼ਾਹ ਕਹਿੰਦੇ ਨੇ ਕਿ ਸੇਵਾ ਕਰਨ ਨਾਲ ਮਨ ਵਿੱਚ ਨਿਮਰਤਾ ਆ ਜਾਂਦੀ ਹੈ ਮਨ ਨਿਰਮਲ ਹੋ ਜਾਂਦਾ ਹੈ ਤੇ ਸਿਮਰਨ ਕਰਨ ਦੇ ਨਾਲ ਇਹ ਸੰਸਾਰ ਤੇ ਆਇਆ ਹੋਇਆ ਸਫਲ ਹੋ ਜਾਂਦਾ ਹੈ ਸਾਧ ਸੰਗਤ ਇਹ ਸੇਵਾ ਇਹ ਸਿਮਰਨ ਇਹਦੀ ਦਾਤ ਬਾਬਰ ਦੇ ਪੁੱਤਰ ਹਮਾਯੂ ਨੇ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪਾਸੋਂ ਮੰਗੀ ਸੀ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਜਦੋਂ ਬਾਦਸ਼ਾਹ ਹਮਾਯੂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਪਾਸ ਆਇਆ ਹੈ ਆਪਣੀ ਬਾਦਸ਼ਾਹੀ ਦੀ ਆਕੜ ਵਿੱਚ ਸਤਿਗੁਰਾਂ ਦਾ ਸਤਿਕਾਰ ਨਾ ਕੀਤਾ ਤੇ ਜਦੋਂ ਸਤਿਗੁਰਾਂ ਦੀ ਸ਼ਕਤੀ ਵੇਖੀ ਤਾਂ ਚਰਨਾਂ ਤੇ ਢਹਿ ਕੇ ਸੇਵਾ ਸਿਮਰਨ ਮੰਗੇ ਇਤਿਹਾਸ ਵਿੱਚ ਆਉਂਦਾ ਹੈ ਕਿ ਬਾਦਸ਼ਾਹ ਹਮਾਯੂ ਜੋ ਬਾਬਰ ਦਾ ਪੁੱਤਰ ਸੀ ਉਸ ਦੇ ਪਾਸ ਦੋ ਪਠਾਨ ਸਕੇ ਭਰਾ ਯੋਧੇ ਸੂਰਬੀਰ ਰਹਿੰਦੇ ਸਨ ਇੱਕ ਦਾ ਨਾਮ ਸੁਲੇਮਾਨ ਤੇ ਦੂਜਾ ਸ਼ੇਰਸ਼ਾਹ ਇਹ ਹਮਾਯੂ ਬਾਦਸ਼ਾਹ ਇਹਨਾਂ ਦੇ ਨਾਲ ਬਾਦਸ਼ਾਹ ਦੀ ਅਣਬਣ ਹੋ ਗਈ ਇਹ ਸਾਧ ਸੰਗਤ ਇਹਨਾਂ ਦੋਨਾਂ ਭਰਾਵਾਂ ਨੇ ਜੰਗ ਦੀ ਤਿਆਰੀ ਕੀਤੀ ਤੇ ਇਲਾਹਾਬਾਦ ਦਾ ਕਿਲਾ ਮਾਰ ਲਿਆ ਜਦੋਂ ਹਮਾਯੂ ਨੂੰ ਇਹਨਾਂ ਦੇ ਆਕੀ ਹੋਣ ਦਾ ਪਤਾ ਲੱਗਿਆ ਤਾਂ ਉਹਨੇ ਇਹਨਾਂ ਉੱਤੇ ਚੜ੍ਹਾਈ ਕਰ ਦਿੱਤੀ ਜਦੋਂ ਹਮਾਯੂ ਇਲਾਹਾਬਾਦ ਪਹੁੰਚਿਆ ਤੇ ਸਾਧ ਸੰਗਤ ਦੋਨਾਂ ਪਾਸਿਆਂ ਤੋਂ
ਲੜਾਈ ਹੋਈ, ਦੋਹਾਂ ਪਠਾਨ ਭਰਾਵਾਂ ਨੇ ਬੜਾ ਡਟ ਕੇ ਟਾਕਰਾ ਕੀਤਾ, ਜਿਸ ਨਾਲ ਹੁਮਾਯੂੰ ਦੇ ਲਸ਼ਕਰ ਵਿੱਚ ਭਾਜੜ ਪੈ ਗਈ ਤੇ ਦੋਨਾਂ ਭਰਾਵਾਂ ਨੇ ਹਮਲਾ ਕਰਕੇ ਦਿੱਲੀ ਦੇ ਤਖਤ ਉੱਤੇ ਆਣ ਕਬਜ਼ਾ ਕੀਤਾ ਤੇ ਹੁਮਾਯੂੰ ਆਪਣੀ ਜਾਨ ਬਚਾਉਣ ਵਾਸਤੇ ਆਪਣੀ ਇਸਤਰੀ ਨੂੰ ਲੈ ਕੇ ਕੁਝ ਫੌਜੀ ਦਸਤੇ ਨਾਲ ਪੰਜਾਬ ਨੂੰ ਨੱਠ ਆਇਆ ਤੇ ਸਾਧ ਸੰਗਤ ਇੱਥੇ ਆਣ ਕੇ ਉਹਨੇ ਆਪਣੇ ਵਜ਼ੀਰਾਂ ਨੂੰ ਪੁੱਛਿਆ ਕਿ ਇਸ ਸਮੇਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਉੱਤੇ ਕੋਈ ਪੂਰਨ ਪੁਰਖ ਹੈ ਕਿ ਨਹੀਂ। ਹੁਮਾਯੂੰ ਕਹਿੰਦਾ ਹੈ ਕਿ ਮੇਰੇ ਪਿਤਾ ਬਾਬਰ ਨੇ 7 ਬਾਦਸ਼ਾਹੀਆਂ ਦਾ ਵਾਰ ਗੁਰੂ ਨਾਨਕ ਜੀ ਤੋਂ ਪ੍ਰਾਪਤ ਕੀਤਾ ਸੀ। ਹੁਣ ਅਸੀਂ ਉਹਨਾਂ ਦੀ ਗੱਦੀ ਉੱਤੇ ਉਹਨਾਂ ਨੂੰ ਪੁੱਛੀਏ ਕਿ ਇਹ ਵਾਕ ਹੁਣ ਝੂਠਾ ਕਿਉਂ ਹੋ ਰਿਹਾ, ਇਹ ਵਾਰ ਹੁਣ ਝੂਠਾ ਕਿਉਂ ਹੋ ਰਿਹਾ ਹੈ। ਤੇ ਸਾਧ ਸੰਗਤ ਵਜ਼ੀਰ ਕਹਿੰਦਾ, ਬਾਦਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਥਾਂ ਉਹਨਾਂ ਦੀ ਗੱਦੀ ਤੇ ਧੰਨ ਗੁਰੂ ਅੰਗਦ ਦੇਵ ਜੀ, ਜੋ ਪੂਰਨ ਬ੍ਰਹਮ ਗਿਆਨੀ ਸਰਬ ਸ਼ਕਤੀਮਾਨ, ਉਹਨਾਂ ਦਾ ਡੇਰਾ ਬਿਆਸਾ ਤੋਂ ਪਾਰ ਖਡੂਰ ਪਿੰਡ ਵਿੱਚ ਹੈ। ਤਾਂ ਸਾਧ ਸੰਗਤ ਵਜ਼ੀਰ ਤੋਂ ਪਤਾ ਕੀਤਾ ਹੈ ਤੇ ਹੁਮਾਯੂੰ ਬਾਦਸ਼ਾਹ ਖਡੂਰ ਆ ਗਏ ਤੇ ਅੱਗੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਬੱਚਿਆਂ ਦੀਆਂ ਬਾਲਕਾਂ ਦੀਆਂ ਖੇਡਾਂ ਵੇਖ ਰਹੇ ਸਨ ਤੇ ਹੁਮਾਯੂੰ ਨਮਸਕਾਰ ਕਰਕੇ ਸਾਹਮਣੇ ਖਲੋ ਗਏ। ਪਰ ਸਤਿਗੁਰੂ ਪਾਤਸ਼ਾਹ ਨੇ ਸਾਧ ਸੰਗਤ ਉਸ ਵੱਲ ਕੋਈ ਧਿਆਨ ਨਾ ਦਿੱਤਾ। ਤਾਂ ਜਦੋਂ ਹੁਮਾਯੂੰ ਕੁਝ ਸਮਾਂ ਖੜਿਆ ਰਿਹਾ ਤਾਂ ਉਹਨੂੰ ਬਹੁਤ ਗੁੱਸਾ ਆਇਆ। ਕਹਿੰਦਾ, ਇਹਨਾਂ ਨੇ ਮੇਰੀ ਰਤਾ ਭਰ ਵੀ ਪਰਵਾਹ ਨਹੀਂ ਕੀਤੀ, ਇੰਨੇ ਹੰਕਾਰੀ ਨੇ, ਇੰਨੀ ਇਹਨਾਂ ਦੇ ਵਿੱਚ ਆਕੜ ਹੈ, ਇਹ ਤਾਂ ਕਤਲ ਕਰ ਦੇਣ ਦੇ ਯੋਗ ਹਨ, ਇਹਨਾਂ ਨੂੰ ਕਤਲ ਕਰ ਦੇਣਾ ਚਾਹੀਦਾ। ਜਦੋਂ ਹੁਮਾਯੂੰ ਨੇ ਇਹ ਵਿਚਾਰ ਕੀਤਾ ਤਾਂ ਸਾਧ ਸੰਗਤ ਉਹਨੇ ਆਪਣੇ ਮਿਆਨ ਚੋਂ ਤਲਵਾਰ ਜਦੋਂ ਕੱਢੀ, ਤਲਵਾਰ ਦੇ ਮਿਆਨ ਵਿੱਚੋਂ ਕੱਢਣ ਲੱਗਿਆ ਨਾ ਤਲਵਾਰ ਨੂੰ, ਤਾਂ ਉਹਦਾ ਹੱਥ ਮਿਆਨ ਦੇ ਨਾਲ ਹੀ ਜੁੜ ਗਿਆ। ਬੜਾ ਜ਼ੋਰ ਲਾ ਰਿਹਾ ਹੈ ਕਿ ਹੱਥ ਪਾਸੇ ਕਰਾਂ, ਪਰ ਉਹਦੇ ਮਨ 'ਚ ਵਿਚਾਰ ਆਇਆ ਸੀ ਨਾ ਕਿ ਇਹਨਾਂ ਨੂੰ ਕਤਲ ਕਰਦਿਆਂ ਗੁੱਸਾ ਆਇਆ ਸੀ, ਹੱਥ ਮਿਆਨ ਦੇ ਨਾਲ ਜੁੜ ਗਿਆ। ਤੇ ਜਦੋਂ ਹੁਮਾਯੂੰ ਬੜਾ ਜ਼ੋਰ ਲਾਇਆ, ਆਖਰ ਪਛਤਾਇਆ, ਆਪਣੇ ਮਨ ਨੂੰ ਕਹਿੰਦਾ ਕਿ ਮੈਂ ਇਹ ਖੋਟਾ ਕੰਮ ਕਿਉਂ ਕਰਨ ਲੱਗਾ ਸਾਂ। ਤਾਂ ਸਾਧ ਸੰਗਤ ਪਾਤਸ਼ਾਹ ਨੇ ਉਹਦੇ ਵੱਲ ਵੇਖ ਕੇ ਆਖਿਆ ਕਿ ਹੁਮਾਯੂੰ, ਸ਼ੇਰ ਸ਼ਾਹ ਜਿਸਨੇ ਤੇਰੀ ਗੱਦੀ ਖੋਹ ਲਈ ਹੈ, ਉਹਦੇ ਨਾਲ ਤਾਂ ਤੇਰਾ ਕੁਝ ਵਸ ਨਹੀਂ ਚੱਲਿਆ, ਉਥੋਂ ਤੂੰ ਡਰਪੋਕ ਹੋ ਕੇ ਭੱਜ ਆਇਆ ਤੇ ਸਾਨੂੰ ਬਹਾਦਰੀ ਵਿਖਾਉਣਾ ਚਾਹੁੰਦਾ। ਤੇ ਸੁਣ ਕੇ ਹੁਮਾਯੂੰ ਨੇ ਸਾਧ ਸੰਗਤ ਹੱਥ ਜੋੜੇ, ਆਖਿਆ ਕਿ ਸਤਿਗੁਰੂ, हे ਮਾਲਕ, ਮੈਥੋਂ ਅਣਜਾਣ ਪੁਣੇ ਕਰਕੇ ਭੁੱਲ ਹੋਈ ਹੈ, ਬਖਸ਼ ਦਿਓ। ਪਾਤਸ਼ਾਹ, ਮੈਂ ਆਪ ਜੀ ਦੇ ਪਾਸੋਂ ਇਹ ਪੁੱਛਣ ਆਇਆ ਕਿ ਗੁਰੂ ਨਾਨਕ ਜੀ ਜੋ ਖੁਦਾ ਦਾ ਰੂਪ ਸਨ, ਉਹਨਾਂ ਦਾ ਸਾਨੂੰ ਦਿੱਤਾ ਹੋਇਆ ਵਰ, ਉਹਨਾਂ ਦਾ ਵਾਕ ਹੁਣ ਝੂਠਾ ਕਿਉਂ ਹੋਣ ਲੱਗਿਆ, ਇਸ ਦਾ ਕੀ ਕਾਰਨ ਹੈ। ਤਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਖਿਆ ਕਿ ਹੁਮਾਯੂੰ, ਤੇਰੇ ਪਾਸੋਂ ਕੋਈ ਬੜੀ ਗਲਤੀ ਹੋਈ ਹੋਣੀ ਹੈ, ਕੋਈ ਬੇਇਨਸਾਫੀ ਹੋ ਗਈ ਹੋਣੀ ਹੈ, ਜਿਸ ਕਰਕੇ ਤੇਰੀ ਇਸ ਤਰ੍ਹਾਂ ਗਤ ਹੋਈ ਹੈ। ਤੇ ਹੁਣ ਜੇ ਤੂੰ ਸਾਡੇ ਉੱਤੇ ਤਲਵਾਰ ਨਾ ਉਠਾਉਂਦਾ ਨਾ,
ਤਾਂ ਤੈਨੂੰ ਪਾਤਸ਼ਾਹੀ ਹੁਣੇ ਮਿਲ ਜਾਣੀ ਸੀ। ਪਰ ਜਾ, ਤੂੰ ਗੁਰੂ ਨਾਨਕ ਦੇ ਘਰ 'ਚ ਆਇਆ ਹੈ, ਹੁਣ ਆਪਣੇ ਦੇਸ਼ ਤੁਰਕਸਤਾਨ ਨੂੰ ਚਲਿਆ ਜਾ। ਉੱਥੋਂ ਕੁਝ ਸਮੇਂ ਉਪਰੰਤ ਤਿਆਰੀ ਕਰਕੇ ਦਿੱਲੀ ਆਵੇਂਗਾ ਨਾ, ਤਾਂ ਤੈਨੂੰ ਦਿੱਲੀ ਦੀ ਪਾਤਸ਼ਾਹੀ ਮਿਲ ਜਾਵੇਗੀ। ਤਾਂ ਸਾਧ ਸੰਗਤ ਚਰਨਾਂ ਤੇ ਢਹਿ ਪਿਆ ਹਮਾਯੂ ਬਾਦਸ਼ਾਹ, ਕਹਿੰਦਾ ਸਤਿਗੁਰੂ ਮੈਨੂੰ ਐਸੀ ਬਖਸ਼ਿਸ਼ ਕਰੋ, ਐਸੀ ਰਹਿਮਤ ਕਰੋ, ਮੈਂ ਤੁਹਾਡਾ ਨਾਮ ਜਪਦਾ ਰਵਾਂ, ਸਿਮਰਨ ਕਰਦਾ ਰਵਾਂ। ਮੇਰੇ ਤੇ ਵੀ ਐਸੀ ਕਿਰਪਾ ਕਰੋ ਜਿੱਥੇ ਤੁਹਾਡੀ ਨਾਮ ਲੇਵਾ ਸੰਗਤ ਹੋਵੇ, ਉਹਦੀ ਮੈਂ ਸੇਵਾ ਕਰਦਾ ਰਵਾਂ, ਤੁਹਾਡਾ ਸਿਮਰਨ ਕਰਦਾ ਰਵਾਂ। ਤੇ ਸਾਧ ਸੰਗਤ ਸਤਿਗੁਰਾਂ ਨੇ ਖੁਸ਼ੀਆਂ ਬਖਸ਼ੀਆਂ ਤੇ ਆਪਣੇ ਦੇਸ਼ ਨੂੰ ਚਲਿਆ ਗਿਆ। 15-16 ਸਾਲਾਂ ਬਾਅਦ ਫੌਜ ਲੈ ਕੇ ਆਇਆ ਤੇ ਦਿੱਲੀ ਦੇ ਤਖਤ ਤੇ ਕਬਜ਼ਾ ਕਰ ਲਿਆ। ਐਵੇਂ ਨਹੀਂ ਸਤਿਗੁਰਾਂ ਨੇ ਆਖਿਆ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਪਾਤਸ਼ਾਹ ਤਾਂ ਹੀ ਨਦਰ ਕਰਦੇ ਨੇ। ਜੇ ਸੇਵਕ ਆਪਣੇ ਗੁਰੂ ਦੇ ਚਰਨਾਂ 'ਚ ਨੀਵਾਂ ਹੋ ਕੇ ਆਵੇ ਤੇ ਸੇਵਾ ਤੇ ਸਿਮਰਨ ਦੀ ਦਾਤ ਮੰਗੇ, ਆਓ ਸਾਧ ਸੰਗਤ ਆਪਾਂ ਵੀ ਮੰਗੀਏ। ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ, 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 ਸੇਵਾ ਤੇ ਸਿਮਰਨ ਮੈਨੂੰ। ਸਭ ਤੇਰੇ ਚੋਜ ਨਿਆਰੇ, ਸੇਵਕ ਦਰ ਖੜਾ ਪੁਕਾਰੇ, ਸੇਵਕ ਦਰ ਖੜਾ ਪੁਕਾਰੇ, ਸੇਵਕ ਦਰ ਖੜਾ ਪੁਕਾਰੇ। ਮੈਂ ਦਾਤਾ ਤੈਥੋਂ ਵਾਰੇ, ਚੰਦਨ ਇਹ ਅਰਜ ਗੁਜਾਰੇ, ਚੰਦਨ ਇਹ ਅਰਜ਼ ਗੁਜ਼ਾਰੇ, ਚੰਦਨ ਇਹ ਅਰਜ਼ ਗੁਜ਼ਾਰੇ। ਐਸੀ ਤੂੰ ਕਿਰਪਾ ਕਰ ਦੇ ਦਾਤਾ ਤੂੰ ਮੇਰਿਆ, ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ 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 ਮੇਰਿਆ, 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 ਬਖਸ਼ੀ ਗੁਰ ਮੇਰਿਆ। ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ, ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ, ਸੇਵਾ ਤੇ ਸਿਮਰਨ ਮੈਨੂੰ। ਸਾਧ ਸੰਗਤ ਸੇਵਾ ਦੀ ਗੱਲ ਚੱਲ ਰਹੀ ਹੈ ਨਾ, ਜੇ ਸੇਵਾ ਦੀ ਗੱਲ ਹੈ ਤਾਂ ਜਦੋਂ ਪਾਂਡਵਾਂ ਨੇ ਅਸਮੇਧ ਜੱਗ ਰਚਿਆ ਸੀ ਨਾ, ਸਾਰੇ ਰਿਸ਼ੀਆਂ ਮੁਨੀਆਂ ਸਾਧੂ ਸੰਤਾਂ ਮਹਾਪੁਰਸ਼ਾਂ ਨੂੰ ਨਿਉਂਦਾ ਦਿੱਤਾ ਸੀ। ਵਾਲਮੀਕ ਜੀ ਦੇ ਆਉਣ ਕਰਕੇ ਉਹ ਅਸਮੇਧ ਜੱਗ ਪ੍ਰਵਾਨ ਹੋਇਆ ਸੀ। ਤਾਂ ਸਾਧ ਸੰਗਤ ਇਤਿਹਾਸ ਵਿੱਚ ਆਉਂਦਾ ਹੈ ਕਿ ਜਦੋਂ ਉਹਨਾਂ ਰਿਸ਼ੀਆਂ ਮੁਨੀਆਂ ਨੂੰ ਸਾਧੂ ਜਨਾਂ ਨੂੰ ਪ੍ਰਸ਼ਾਦਾ ਛਕਾਇਆ, ਲੰਗਰ ਛਕਾਇਆ, ਜੱਗ ਕੀਤਾ ਹੈ ਨਾ,
ਤਾਂ ਭਗਵਾਨ ਕ੍ਰਿਸ਼ਨ ਜੀ ਨੇ 16 ਕਲਾ ਸੰਪੂਰਨ ਸਰਬ ਸ਼ਕਤੀਮਾਨ ਭਗਵਾਨ ਕ੍ਰਿਸ਼ਨ ਜੀ ਨੇ ਉਹਨਾਂ ਰਿਸ਼ੀਆਂ ਮੁਨੀਆਂ ਨੂੰ ਆਪ ਪ੍ਰਸ਼ਾਦਾ ਛਕਾਇਆ ਸੀ। ਉਹਨਾਂ ਦੇ ਹੱਥ ਆਪ ਸੁੱਚੇ ਕਰਵਾਏ ਸਨ, ਲੰਗਰ ਵੀ ਆਪ ਵਰਤਾਇਆ ਸੀ ਤੇ ਸਾਧ ਸੰਗਤ ਉਹਨਾਂ ਰਿਸ਼ੀਆਂ ਮੁਨੀਆਂ ਦੀਆਂ ਝੂਠੀਆਂ ਪੱਤਰਾਂ ਵੀ ਭਗਵਾਨ ਕ੍ਰਿਸ਼ਨ ਜੀ ਨੇ ਚੁੱਕੀਆਂ ਸਨ। ਐਸੀ ਸੇਵਾ ਬਾਰੇ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਆਖਿਆ ਹੈ, ਗੁਰਬਾਣੀ ਦੇ ਰਾਹੀਂ ਉਪਦੇਸ਼ ਦਿੱਤਾ ਹੈ ਕਿ ਗੁਰਸਿੱਖ ਕਿ ਭਾਵੇਂ ਕੁਝ ਵੀ ਹੋ ਜਾਵੇ ਤੂੰ ਆਪਣੇ ਗੁਰੂ ਤੋਂ ਸੇਵਾ ਤੇ ਸਿਮਰ ਨਹੀਂ ਮੰਗਣਾ। ਕਈ ਵਾਰ ਐਸਾ ਹੁੰਦਾ ਹੈ ਕਿ ਬੰਦਾ ਰਸਤੇ ਤੋਂ ਭੁੱਲ ਜਾਂਦਾ ਹੈ, ਭਟਕ ਜਾਂਦਾ ਹੈ, ਪਰ ਜੇ ਭੁੱਲਿਆ ਭਟਕਿਆ ਆਪਣੇ ਗੁਰੂ ਦੇ ਚਰਨਾਂ ਵਿੱਚ ਆ ਕੇ ਸੇਵਾ ਸਿਮਰਨ ਮੰਗ ਲਵੇ ਤਾਂ ਸਤਿਗੁਰੂ ਆਖ ਰਹੇ ਨੇ ਕਿ ਸਤਿਗੁਰੂ ਉਹਨੂੰ ਫੇਰ ਸਿੱਧੇ ਰਸਤੇ ਪਾ ਦਿੰਦੇ ਨੇ। ਐਸੀ ਵਾਰਤਾ ਸਾਧ ਸੰਗਤ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ, ਉਹਨਾਂ ਦੇ ਸਮੇਂ ਵਿੱਚ ਲਾਹੌਰ ਦੇ ਰਹਿਣ ਵਾਲਾ ਇੱਕ ਗੰਗੂ ਸ਼ਾਹ ਸ਼ਾਹੂਕਾਰੀ ਦਾ ਕੰਮ ਕਰਿਆ ਕਰਦਾ ਸੀ। ਐਸਾ ਕਾਰਨ ਬਣਿਆ ਕਿ ਉਹ ਨਿਰਧਨ ਹੋ ਗਿਆ, ਸਾਰਾ ਧਨ ਉਹਦਾ ਨਸ਼ਟ ਹੋ ਗਿਆ ਤੇ ਬੜਾ ਗਰੀਬ ਹੋਇਆ, ਬਹੁਤ ਦੁਖੀ ਹੋਇਆ। ਪਾਤਸ਼ਾਹ ਦੀ ਮਹਿਮਾ ਸੁਣੀ ਨਿਮਾਣਿਆਂ ਦੇ ਮਾਣ ਨੇ, ਨਤਾਣਿਆਂ ਦੇ ਤਾਣ ਨੇ। ਗੋਇੰਦਵਾਲ ਸਾਹਿਬ ਆਇਆ ਤੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕ ਕੇ ਨੀਵੀਂ ਪਾ ਕੇ ਬੈਠ ਗਿਆ। ਪਾਤਸ਼ਾਹ ਕਹਿੰਦੇ, ਗੰਗੂ ਸ਼ਾਹ ਉਦਾਸ ਕਿਉਂ ਹੈ? ਤਾਂ ਗੰਗੂ ਸ਼ਾਹ ਨੇ ਸਾਰਾ ਹਾਲ ਦੱਸਿਆ। ਕਹਿੰਦਾ, ਸਤਿਗੁਰੂ ਮੈਂ ਸ਼ਾਹੂਕਾਰ ਹੁੰਦਾ ਸਾਂ, ਕਾਰ ਵਿਹਾਰਾਂ ਵਿੱਚ ਘਾਟੇ ਪੈ ਜਾਣ ਕਰਕੇ ਕੌਡੀ ਕੌਡੀ ਤੋਂ ਆਤਰ ਹੋ ਗਿਆ, ਮੁਥਾਜ ਹੋ ਗਿਆ। ਤੇ ਪਾਤਸ਼ਾਹ ਕਹਿੰਦੇ, ਭਾਈ ਨਿਰਾਸ਼ ਕਿਉਂ ਹੈ? ਹੁਣ ਤਾਂ ਤੂੰ ਗੁਰੂ ਨਾਨਕ ਦੇ ਦਰਬਾਰ 'ਚ ਆ ਗਿਆ ਹੈ, ਜਾ ਦਿੱਲੀ ਚਲਿਆ ਜਾ, ਉੱਥੇ ਜਾ ਕੇ ਆੜਤ ਦੀ ਦੁਕਾਨ ਖੋਲ, ਗੁਰੂ ਘਰ ਤੇ ਸ਼ਰਧਾ ਰੱਖ ਕੇ ਕੰਮ ਕਰਨਾ, ਤੇਰੇ ਪਾਸ ਧਨ ਬਹੁਤ ਹੋ ਜਾਏਗਾ। ਸਾਧ ਸੰਗਤ ਆਗਿਆ ਪਾ ਕੇ ਗੰਗੂ ਸ਼ਾਹ ਨੇ ਦਿੱਲੀ ਜਾ ਕੇ ਆੜਤ ਦੀ ਦੁਕਾਨ ਖੋਲੀ। ਅਚਾਨਕ ਉੱਥੇ ਹੀ ਇੱਕ ਪਠਾਨ ਆ ਗਿਆ ਜੋ 1 ਲੱਖ ਮੋਹਰ ਦੀ ਹੁੰਡੀ ਲਾਹੌਰ ਕਰਵਾਉਣੀ ਚਾਹੁੰਦਾ ਸੀ। ਜਦ ਉਸ ਦੀ ਹੁੰਡੀ ਹੋਰ ਕਿਸੇ ਸ਼ਾਹੂਕਾਰ ਨੇ ਨਾ ਕੀਤੀ ਤਾਂ ਗੰਗੂ ਸ਼ਾਹ ਪਾਸ ਆਇਆ ਤੇ ਸਾਧ ਸੰਗਤ ਉਹਨੇ 1 ਲੱਖ ਮੋਹਰ ਪਠਾਨ ਦੇ ਪਾਸੋਂ ਲੈ ਲਈ ਤੇ ਉਹਦਾ 1 ਲੱਖ ਰੁਪਇਆ ਉਸ ਦੀ ਹੁੰਡੀ ਲਾਹੌਰ ਕਰ ਦਿੱਤੀ। ਗੰਗੂ ਸ਼ਾਹ ਨੇ ਪਠਾਨ ਦੀ ਰਕਮ ਤੋਂ ਉਸ ਤੋਂ ਪਹਿਲਾਂ ਹੀ ਪਹੁੰਚਾ ਦਿੱਤੀ। ਜਦੋਂ ਪਠਾਨ ਨੇ ਲਾਹੌਰ ਪਹੁੰਚ ਕੇ ਉਸ ਬਾਣੀਏ ਨੂੰ ਪੁੱਛਿਆ ਜਿਸ ਦੇ ਨਾਮ ਉੱਤੇ ਗੰਗੂ ਸ਼ਾਹ ਨੇ ਉਹ ਹੁੰਡੀ ਲਿਖੀ ਸੀ, ਤਾਂ ਉਹਨੇ ਉਸੇ ਸਮੇਂ ਮੋਹਰਾਂ ਗਿਣ ਕੇ ਪਠਾਨ ਨੂੰ ਦੇ ਦਿੱਤੀਆਂ। ਪਠਾਨ ਬੜਾ ਖੁਸ਼ ਹੋਇਆ ਤੇ ਉਸ ਦਿਨ ਤੋਂ ਸਾਧ ਸੰਗਤ ਗੰਗੂ ਦਾ ਇਤਬਾਰ ਵੱਜ ਗਿਆ। ਉਹਦਾ ਕੰਮ ਦਿਨ ਬ ਦਿਨ ਵੱਧਦਾ ਗਿਆ ਕਿ ਗੰਗੂ ਸ਼ਾਹ ਪਹਿਲਾਂ ਵਾਂਗੂ ਧਨਾੜ ਹੋ ਗਿਆ। ਤਾਂ ਇਸ ਗੱਲ ਨੂੰ ਕਈ ਸਾਲ ਬੀਤੇ ਤਾਂ ਇੱਕ ਦਿਨ ਇੱਕ ਬ੍ਰਾਹਮਣ ਆਇਆ ਪਾਤਸ਼ਾਹ ਦੇ ਪਾਸ। ਉਹ ਕਹਿੰਦਾ, ਪਾਤਸ਼ਾਹ ਮੇਰੀ ਲੜਕੀ ਦੀ ਸ਼ਾਦੀ ਹੈ, ਆਪ ਕਿਰਪਾ ਕਰੋ ਧਨ ਬਖਸ਼ੋ, ਲੜਕੀ ਨੂੰ ਵਿਆਹ ਕੇ ਸੁਰਖਰੂ ਹੋ ਜਾਵਾਂ। ਤਾਂ ਸਾਧ ਸੰਗਤ ਪਾਤਸ਼ਾਹ ਨੇ
ਉਹਨੂੰ 500 ਰੁਪਏ ਦੀ ਹੁੰਡੀ ਗੰਗੂ ਸ਼ਾਹ ਦੇ ਨਾਮ ਲਿਖ ਦਿੱਤੀ ਤੇ ਆਖ ਦਿੱਤਾ ਕਿ ਦਿੱਲੀ ਜਾ ਕੇ ਲੈ ਆ। ਬ੍ਰਾਹਮਣ ਦਿੱਲੀ ਪਹੁੰਚਿਆ। ਜਦੋਂ ਹੁੰਡੀ ਦਿੱਤੀ ਤਾਂ ਗੰਗੂ ਸ਼ਾਹ ਨੇ ਭਰਨ ਤੋਂ ਪੈਸੇ ਦੇਣ ਤੋਂ ਨਾ ਕਰ ਦਿੱਤੀ। ਤਾਂ ਉਹ ਬ੍ਰਾਹਮਣ ਫੇਰ ਆਇਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ 'ਚ। ਪਾਤਸ਼ਾਹ ਨੂੰ ਕਹਿੰਦਾ ਕਿ ਉਹਨੇ ਮੈਨੂੰ ਪੈਸੇ ਨਹੀਂ ਦਿੱਤੇ। ਸਤਿਗੁਰੂ ਕਹਿੰਦੇ ਕਿ ਉਹਨੂੰ ਧਨ ਦਾ ਹੰਕਾਰ ਹੋ ਗਿਆ। ਆਪਣੇ ਕੋਲੋਂ ਸਤਿਗੁਰਾਂ ਨੇ ਪੈਸੇ ਦੇ ਦਿੱਤੇ। ਕਹਿੰਦੇ ਜਾਓ ਖੁਸ਼ੀ ਨਾਲ ਕੰਨਿਆ ਦਾ ਕਾਰਜ ਕਰੋ। ਤੇ ਉਧਰ ਕੀ ਹੋਇਆ, ਗੰਗੂ ਸ਼ਾਹ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ। ਥੋੜੇ ਸਮੇਂ 'ਚ ਸਾਰਾ ਧਨ ਨਸ਼ਟ ਹੋ ਗਿਆ। ਫੇਰ ਗਰੀਬ ਹੋ ਗਿਆ। ਫੇਰ ਪਛਤਾਉਂਦਾ ਹੋਇਆ ਗੋਂਦਵਾਲ ਆਇਆ, ਪਰ ਸ਼ਰਮ ਦਾ ਮਾਰਿਆ ਸਤਿਗੁਰਾਂ ਦੇ ਹਜੂਰ ਨਾ ਗਿਆ। ਸੇਵਾਦਾਰਾਂ ਨਾਲ ਮਿਲ ਕੇ ਬਾਵਲੀ ਦੀ ਕਾਰ ਸੇਵਾ ਐਨੀ ਮਸਤ ਹੋ ਕੇ ਕਰਨ ਲੱਗਾ, ਖਾਣਾ ਪੀਣਾ ਵੀ ਭੁੱਲ ਗਿਆ। ਰਾਤ ਦਿਨ ਸੇਵਾ 'ਚ ਲੱਗੇ ਰਹਿਣਾ। ਸਾਧ ਸੰਗਤ, ਗੰਗੂ ਦੀ ਇਸ ਤਨ ਮਨ ਨਾਲ ਸੇਵਾ ਕਰਨ ਨੂੰ ਵੇਖ ਕੇ ਪਾਤਸ਼ਾਹ ਨੇ ਇੱਕ ਦਿਨ ਪ੍ਰਸੰਨ ਹੋ ਕੇ ਆਖਿਆ ਕਿ ਗੰਗੂ ਸ਼ਾਹ, ਜਿਵੇਂ ਤੂੰ ਕੀਤਾ ਸੀ ਨਾ, ਤੈਨੂੰ ਉਹਦਾ ਫਲ ਮਿਲ ਗਿਆ। ਪਰ ਹੁਣ ਤੂੰ ਗੁਰੂ ਨਾਨਕ ਦੇ ਘਰ ਫੇਰ ਨੀਵਾਂ ਹੋ ਕੇ ਆ ਗਿਆ। ਤੇ ਸਾਧ ਸੰਗਤ, ਗੰਗੂ ਸ਼ਾਹ ਚਰਨਾਂ ਤੇ ਟਹਿ ਪਿਆ। ਪਾਤਸ਼ਾਹ ਕਹਿੰਦੇ ਜਾ, ਤੇਰਾ ਸਭ ਕੀਤਾ ਹੋਇਆ ਮੁਆਫ ਕਰ ਦਿੱਤਾ। ਆਏ ਨੂੰ ਚਰਨਾਂ ਦੇ ਨਾਲ ਲਾਉਣਾ, ਗਲ ਨਾਲ ਲਾਉਣਾ, ਇਹ ਗੁਰੂ ਨਾਨਕ ਦੇ ਘਰ ਦਾ ਬਿਰਦ ਹੈ। ਤੇ ਸਾਧ ਸੰਗਤ, ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਉਹਦੇ ਤੇ, ਉਹਨੂੰ ਰਿਧੀਆਂ ਸਿੱਧੀਆਂ ਬਖਸ਼ ਦਿੱਤੀਆਂ। ਆਖਿਆ ਕਿ ਜਾਓ ਗੰਗੂ ਸ਼ਾਹ, ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ। ਮੱਥਾ ਟੇਕਿਆ ਤੇ ਘਰ ਨੂੰ ਚਲਿਆ ਗਿਆ। ਪਾਤਸ਼ਾਹ ਨੇ ਉਹਨੂੰ ਐਸੀ ਦਾਤ ਬਖਸ਼ੀ, ਐਸੀ ਉਹਦੀ ਲਗਨ ਲਗਾਈ ਸੇਵਾ ਤੇ ਸਿਮਰਨ ਦੇ ਨਾਲ ਉਹਨੂੰ ਜੋੜਿਆ, ਉਹਦਾ ਜੀਵਨ ਸਫਲਾ ਕਰ ਦਿੱਤਾ। ਆਓ ਆਪਾਂ ਵੀ ਜੇ ਕਿਤੇ ਭੁੱਲ ਹੋ ਜਾਵੇ ਤਾਂ ਸਤਿਗੁਰਾਂ ਦੇ ਚਰਨਾਂ 'ਚ ਆ ਕੇ ਭੁੱਲ ਬਖਸ਼ਾ ਲਓ ਤੇ ਸੇਵਾ ਤੇ ਸਿਮਰਨ ਦੀ ਦਾਤ ਮੰਗੋ। ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ। 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 ਸੇਵਾ ਤੇ ਸਿਮਰਨ ਮੈਨੂੰ 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 ਬਖਸ਼ੀ ਗੁਰ ਮੇਰਿਆ। ਸੇਵਾ ਤੇ ਸਿਮਰਨ